ਅੱਜ ਆਪਾਂ ਸਿੰਪਲੈਕਸ ਪ੍ਰੋਟੋਕੋਲ ਫॉर ਅ ਨੋਇਜੀ ਚੈਨਲ ਸਟੱਡੀ ਕਰਾਂਗੇ। ਜਿਵੇਂ ਕਿ ਇਸ ਤੋਂ ਪਹਿਲਾਂ ਵਾਲੇ ਐਲਗੋਰਿਥਮ ਦੇ ਵਿੱਚ ਜਾਂ ਪ੍ਰੋਟੋਕੋਲ ਦੇ ਵਿੱਚ ਆਪਾਂ ਦੇਖਿਆ ਸੀ ਕਿ ਇਸ ਤੋਂ ਪਹਿਲਾਂ ਵਾਲਾ ਐਲਗੋਰਿਥਮ ਜਾਂ ਪ੍ਰੋਟੋਕੋਲ ਆਪਾਂ ਆਪਣੀਆਂ ਜ਼ਿਆਦਾਤਰ ਜੋ ਆਪਣੀਆਂ ਪ੍ਰੋਬਲਮ ਸੀ ਉਹਨਾਂ ਨੂੰ ਹੱਲ ਕਰ ਦਿੰਦਾ ਸੀ, ਪਰ ਉਸ ਦੇ ਵਿੱਚ ਫਿਰ ਵੀ ਫਰੇਮ ਜੋ ਡੈਮੇਜ ਹੁੰਦਾ, ਰਸਤੇ ਵਿੱਚ ਲੋਸਟ ਹੋ ਜਾਂਦਾ, ਜਾਂ ਫਿਰ ਜੇਕਰ ਇਸ ਦੇ ਵਿੱਚ ਕੋਈ ਐਰਰ ਆਉਂਦੀ ਆ ਤਾਂ ਉਹਦਾ ਕੋਈ ਵੀ ਹੱਲ ਉੱਥੇ ਨਹੀਂ ਸੀ। ਅੱਜ ਆਪਾਂ ਇਸ ਨਵੇਂ ਪ੍ਰੋਟੋਕੋਲ ਦੀ ਮਦਦ ਦੇ ਨਾਲ ਇਸ ਦਾ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਇੱਕ ਨਵੀਂ ਚੀਜ਼ ਅਜ਼ਿਊਮ ਕਰਾਂਗੇ ਕਿ ਜਿਹੜਾ ਅੱਜ ਆਪਣਾ ਕਮਿਊਨੀਕੇਸ਼ਨ ਚੈਨਲ ਹੈ ਇਸ ਦੇ ਵਿੱਚ ਐਰਰ ਆ ਸਕਦੀ ਹੈ। ਇਸ ਤੋਂ ਪਹਿਲਾਂ ਵਾਲੇ ਚੈਨਲ ਵਿੱਚ ਆਪਾਂ ਮੰਨਦੇ ਸੀ, ਇਸ ਤੋਂ ਪਹਿਲਾਂ ਵਾਲੇ ਪ੍ਰੋਟੋਕੋਲ ਦੇ ਵਿੱਚ, ਕਿ ਜਿਹੜਾ ਆਪਣਾ ਕਮਿਊਨੀਕੇਸ਼ਨ ਚੈਨਲ ਆ ਉਸ ਦੇ ਵਿੱਚ ਕਿਸੇ ਪ੍ਰਕਾਰ ਦੀ ਐਰਰ ਨਹੀਂ ਹੈਗੀ। ਪਰ ਇਸ ਵਾਲੇ ਪ੍ਰੋਟੋਕੋਲ ਦੇ ਵਿੱਚ ਆਪਾਂ ਪਹਿਲਾਂ ਅਜ਼ਿਊਮ ਕਰਾਂਗੇ ਕਿ ਜਿਹੜਾ ਆਪਣਾ ਚੈਨਲ ਆ ਕਮਿਊਨੀਕੇਸ਼ਨ, ਇਸ ਦੇ ਵਿੱਚ ਕੋਈ ਵੀ ਐਰਰ ਆ ਸਕਦੀ ਆ। ਫਰੇਮ ਨੇ ਜੋ ਉਹ ਡੈਮੇਜ ਵੀ ਹੋ ਸਕਦੇ ਨੇ ਅਤੇ ਕੰਪਲੀਟਲੀ ਲੋਸਟ ਵੀ ਹੋ ਸਕਦੇ ਨੇ। ਹੁਣ ਜੇਕਰ ਇੱਕ ਫਰੇਮ ਆ ਜੋ ਜਦੋਂ ਉਹ ਡੈਮੇਜ ਹੋ ਜਾਂਦਾ ਗਾ ਰਸਤੇ ਦੇ ਵਿੱਚ, ਤਾਂ ਜਿਹੜਾ ਰਿਸੀਵਰ ਦਾ ਹਾਰਡਵੇਅਰ ਆ ਉਸ ਨੂੰ ਪਤਾ ਲੱਗ ਸਕਦਾ ਵੀ ਇਹ ਜਿਹੜਾ ਆਪਣਾ ਫਰੇਮ ਆ ਇਹ ਡੈਮੇਜ ਹੋ ਚੁੱਕਾ ਹੈ। ਇਸ ਨੂੰ ਕਿਸ ਪਤਾ ਲਾਉਣ ਦਾ ਇੱਕ ਤਰੀਕਾ ਹੁੰਦਾ ਚੈੱਕਸਮ ਦਾ। ਚੈੱਕਸਮ ਜਦੋਂ ਇੱਕ ਸੈਂਡਰ ਫਰੇਮ ਸੈਂਡ ਕਰੇਗਾ ਤਾਂ ਉਹਦੇ ਕੋਲ ਜੋ ਫਰੇਮ ਹੋਗਾ ਉਸ ਦਾ ਚੈੱਕਸਮ ਕੰਪਿਊਟ ਕਰਕੇ ਫਰੇਮ ਦੇ ਹੈਡਰ ਦੇ ਵਿੱਚ ਸਟੋਰ ਕਰ ਦੇਵੇਗਾ। ਅਤੇ ਉਸ ਤੋਂ ਬਾਅਦ ਹੁਣ ਜਿਹੜਾ ਆਪਣਾ ਰਿਸੀਵਰ ਹੋਏਗਾ, ਜਦੋਂ ਰਿਸੀਵਰ ਦੇ ਕੋਲ ਫਰੇਮ ਪਹੁੰਚੇਗਾ ਤਾਂ ਉਹ ਜਿਹੜਾ ਰਿਸੀਵਰ ਹੋਏਗਾ ਜੋ ਵੀ ਫਰੇਮ ਉਸ ਕੋਲ ਜਿਸ ਤਰ੍ਹਾਂ ਵੀ ਪਹੁੰਚੇਗਾ ਉਸ ਦਾ ਚੈੱਕਸਮ ਕੰਪਿਊਟ ਕਰੇਗਾ ਅਤੇ ਇਸ ਕੰਪਿਊਟ ਕੀਤੇ ਹੋਏ ਚੈੱਕਸਮ ਨੂੰ ਉਸ ਚੈੱਕਸਮ ਨਾਲ ਮਿਲਾਏਗਾ ਜਿਹੜਾ ਹੈਡਰ ਦੇ ਵਿੱਚ ਪਹਿਲਾਂ ਤੋਂ ਸੈਂਡਰ ਦੇ ਦੁਆਰਾ ਸਟੋਰ ਕੀਤਾ। ਜੇਕਰ ਦੋਨੋਂ ਚੈੱਕਸਮ ਮਿਲ ਜਾਂਦੇ ਨੇ ਤਾਂ ਫਿਰ ਇਸ ਦਾ ਮਤਲਬ ਕੀ ਆ ਕਿ ਫਰੇਮ ਆ ਜੋ ਉਹ ਬਿਨਾਂ ਕਿਸੇ ਡੈਮੇਜ ਦੇ ਆ ਚੁੱਕਿਆ, ਸਹੀ ਆ ਚੁੱਕਿਆ ਗਾ। ਪਰ ਜੇਕਰ ਇਸ ਦੇ ਵਿੱਚ ਕੋਈ ਐਰਰ ਆਉਂਦੀ ਹੈ ਤਾਂ ਮਤਲਬ ਚੈੱਕਸਮ ਜੇਕਰ ਅਲੱਗ-ਅਲੱਗ ਹੋਏਗਾ ਜਿਹੜਾ ਹੈਡਰ ਦੇ ਵਿੱਚ ਆ ਅਤੇ ਜਿਹੜਾ ਹੁਣ ਰਿਸੀਵਰ ਨੇ ਕੰਪਿਊਟ ਕੀਤਾ, ਤਾਂ ਉਸ ਦਾ ਮਤਲਬ ਕੀ ਹੋਏਗਾ ਕਿ ਜਿਹੜਾ ਆਪਣਾ ਫਰੇਮ ਆ ਉਹਦੇ ਵਿੱਚ ਕੋਈ ਨਾ ਕੋਈ ਐਰਰ ਆ ਚੁੱਕੀ ਹੈ ਜਾਂ ਫਰੇਮ ਡੈਮੇਜ ਹੋ ਚੁੱਕਿਆ। ਹੁਣ ਜੇਕਰ ਆਪਣਾ ਜਿਹੜਾ ਫਰੇਮ ਆ ਉਹ ਇਸ ਤਰੀਕੇ ਨਾਲ ਡੈਮੇਜ ਹੋ ਜਾਂਦਾ ਗਾ ਕਿ ਇਸ ਦੇ ਚੈੱਕਸਮ ਦੇ ਉੱਪਰ ਕੋਈ ਵੀ ਫਰਕ ਨਹੀਂ ਪੈ ਰਿਹਾ, ਚੈੱਕਸਮ ਬਿਲਕੁਲ ਠੀਕ ਹੋਵੇ, ਦੋਨੋਂ ਹੈਡਰ ਅਤੇ ਜਿਹੜਾ ਰਿਸੀਵਰ ਨੇ ਚੈੱਕਸਮ ਕੰਪਿਊਟ ਕੀਤਾ ਦੋਨੋਂ ਮਿਲ ਰਹੇ ਹੋਣ, ਪਰੰਤੂ ਜਿਹੜਾ ਆਪਣਾ ਫਰੇਮ ਆ ਉਹ ਡੈਮੇਜ ਵੀ ਹੋ ਚੁੱਕਿਆ ਹੋਵੇ, ਤਾਂ ਫਿਰ ਇਸ ਤਰ੍ਹਾਂ ਦਾ ਕੋਈ ਵੀ ਤਰੀਕਾ ਨਹੀਂ ਹੈ ਇਹ ਜਾਣਨ ਦਾ ਕਿ ਫਰੇਮ ਆਪਣਾ ਡੈਮੇਜ ਹੋ ਚੁੱਕਿਆ ਹੈ ਅਤੇ ਜਿਹੜਾ ਪ੍ਰੋਟੋਕੋਲ ਹੁੰਦਾ ਹੈ ਇਹ ਆਪਣਾ ਕੀ ਹੋ ਜਾਏਗਾ, ਫੇਲ ਹੋ ਜਾਏਗਾ। ਜੇਕਰ ਆਪਾਂ ਸਟਾਰਟਿੰਗ ਦੇ ਵਿੱਚ ਹੀ ਮੰਨੀਏ ਕਿ ਆਪਾਂ ਇਸ ਤੋਂ ਪਹਿਲਾਂ ਵਾਲਾ ਜਿਹੜਾ ਪ੍ਰੋਟੋਕੋਲ ਆਪਾਂ ਕੀਤਾ ਸੀ, ਜੇ ਉਸ ਦੀ ਮਦਦ ਦੇ ਨਾਲ ਹੀ ਆਪਾਂ ਜਿਹੜਾ ਵੀ ਆਪਣਾ ਇਸ ਪ੍ਰੋਟੋਕੋਲ ਦੀ ਮਦਦ ਦੇ ਨਾਲ ਆਪਾਂ ਆਪਣੀਆਂ ਕਮੀਆਂ ਸੋਲਵ ਕਰਨੀਆਂ ਨੇਗੀਆਂ, ਐਰਰ ਵਾਲੀਆਂ ਅਤੇ ਫਰੇਮ ਲੋਸਟ ਵਾਲੀਆਂ, ਉਹਨਾਂ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰੀਏ ਪਹਿਲਾਂ ਵਾਲੇ ਪ੍ਰੋਟੋਕੋਲ ਦੇ ਨਾਲ। ਆਪਾਂ ਮੰਨ ਲੈਂਦੇ ਹਾਂ ਕਿ ਚਲੋ ਆਪਾਂ ਸੈਂਡਰ ਦੇ ਵੱਲ ਇੱਕ ਕੀ ਕਰਾਂਗੇ, ਇੱਕ ਟਾਈਮਰ ਐਡ ਕਰ ਦੇਵਾਂਗੇ, ਔਰ ਜਦੋਂ ਵੀ ਸੈਂਡਰ ਨੇ ਫਰੇਮ ਸੈਂਡ ਕਰਨਾ ਤਾਂ ਉਹ ਕੀ ਕਰੇਗਾ, ਉਸ ਟਾਈਮਰ ਨੂੰ ਸਟਾਰਟ ਕਰ ਦੇਵੇਗਾ। ਰਿਸੀਵਰ ਨੇ ਕੀ ਕਰਨਾ ਗਾ, ਰਿਸੀਵਰ ਨੇ ਜਦੋਂ ਵੀ ਫਰੇਮ ਰਿਸੀਵ ਕਰ ਲਿਆ ਤਾਂ ਜੇਕਰ ਉਹ ਫਰੇਮ ਰਿਸੀਵ ਹੋਇਆ ਸੀ ਜਿਹੜਾ ਰਿਸੀਵਰ ਦੇ ਵੱਲੋਂ ਉਹ ਬਿਲਕੁਲ ਸਹੀ ਪਹੁੰਚਿਆ, ਉਹਦੇ ਕੋਲ ਚੈੱਕਸਮ ਕੰਪਿਊਟ ਬਿਲਕੁਲ ਬਰਾਬਰ ਆ ਜਾਂਦੀ ਆ ਦੋਨੋਂ, ਤਾਂ ਫਿਰ ਉਹ ਕੀ ਕਰੇਗਾ, ਐਕਨੋਲਜਮੈਂਟ ਵਾਪਸ ਸੈਂਡਰ ਨੂੰ ਸੈਂਡ ਕਰ ਦੇਗਾ ਕਿ ਮੈਂ ਜਿਹੜਾ ਫਰੇਮ ਹੈਗਾ ਉਹ ਸਹੀ ਰਿਸੀਵ ਕਰ ਲਿਆ। ਪਰ ਜੇਕਰ ਉਹਦੇ ਕੋਲ ਫਰੇਮ ਨਹੀਂ ਪਹੁੰਚਦਾ ਜਾਂ ਗਲਤ ਪਹੁੰਚਦਾ ਹੈ ਤਾਂ ਉਹ ਕਿਸੇ ਵੀ ਪ੍ਰਕਾਰ ਦੀ ਐਕਨੋਲਜਮੈਂਟ ਸੈਂਡਰ ਨੂੰ ਦੁਬਾਰਾ ਸੈਂਡ ਨਹੀਂ ਕਰੇਗਾ। ਅਤੇ ਹੁਣ ਸੈਂਡਰ ਨੂੰ ਜਿਹੜੀ ਐਕਨੋਲਜਮੈਂਟ ਹੈ ਇਹ ਸਿਰਫ ਉਦੋਂ ਹੀ ਮਿਲੇਗੀ ਜਦੋਂ ਰਿਸੀਵਰ ਨੇ ਫਰੇਮ ਸਹੀ ਰਿਸੀਵ ਕਰ ਲਿਆ। ਦੇਖਣ ਨੂੰ ਇਹ ਜਿਹੜੀ ਆਪਣੀ ਅਪਰੋਚ ਆ ਠੀਕ ਲੱਗ ਰਹੀ ਆ, ਪਰ ਜੇਕਰ ਆਪਾਂ ਇੱਕ ਪ੍ਰੋਬਲਮ 'ਤੇ ਧਿਆਨ ਦਈਏ ਤਾਂ ਇਹ ਆਪਣੀ ਜਿਹੜੀ ਅਪਰੋਚ ਆ ਉਹ ਗਲਤ ਸਾਬਿਤ ਹੋਊਗੀ। ਮੰਨ ਲਵੋ ਨੈਟਵਰਕ ਜਿਹੜਾ ਲੇਅਰ ਆ ਗਈ, ਮੰਨ ਲਓ ਆਪਣੇ ਕੋਲ ਇੱਥੇ ਦੋ ਕੰਪਿਊਟਰ ਨੇਗੇ, ਸੈਂਡਰ ਹੈ A, ਰਿਸੀਵਰ ਹੈ B। ਜਿਹੜੀ ਨੈਟਵਰਕ ਲੇਅਰ ਆ ਗਈ A ਦੀ, ਉਹਨੇ ਆਪਣਾ ਜੋ ਵੀ ਪੈਕਟ ਸੀਗਾ ਉਹ ਇੱਥੋਂ ਨੈਟਵਰਕ ਲੇਅਰ ਨੇ ਕੀਤਾ, ਡਾਟਾ ਲਿੰਕ ਲੇਅਰ ਨੂੰ ਦਿੱਤਾ। ਡਾਟਾ ਲਿੰਕ ਲੇਅਰ ਨੇ ਫਿਰ ਜੋ ਵੀ ਆਪਣਾ ਹੁੰਦਾ ਗਾ ਇਸ ਦਾ ਸਿਸਟਮ, ਜੋ ਵੀ ਚੈੱਕਸਮ ਕੰਪਿਊਟ ਕਰਨਾ ਅਤੇ ਇਸ ਨੂੰ ਫਰੇਮ ਦੇ ਵਿੱਚ ਕਨਵਰਟ ਕਰਕੇ ਕਿਸ ਨੂੰ ਦੇ ਦੇਣਾ ਗਾ, ਆਪਣੀ ਫਿਜ਼ੀਕਲ ਲੇਅਰ ਨੂੰ ਦੇਤਾ। ਫਿਜ਼ੀਕਲ ਲੇਅਰ ਨੇ ਅੱਗੇ ਇਸ ਨੂੰ ਟਰਾਂਸਮਿਟ ਕਰਤਾ B ਦੀ ਫਿਜ਼ੀਕਲ ਲੇਅਰ 'ਤੇ। ਇੱਥੋਂ ਵੀ ਫਿਜ਼ੀਕਲ ਲੇਅਰ ਨੇ ਕੀ ਕੀਤਾ, ਇਹਨੂੰ ਅੱਗੇ ਦਿੱਤਾ ਡਾਟਾ ਲਿੰਕ ਲੇਅਰ ਨੂੰ। ਡਾਟਾ ਲਿੰਕ ਲੇਅਰ ਨੇ ਕੰਪਿਊਟ ਕਰਕੇ ਦੇਖਣਾ ਕਿ ਜਿਹੜਾ ਇਹ ਆਪਣਾ ਫਰੇਮ ਇਹਨੇ ਰਿਸੀਵ ਕੀਤਾ ਉਹ ਸਹੀ ਹੈ ਜਾਂ ਨਹੀਂ। ਜੇਕਰ ਫਰੇਮ ਇੱਥੇ ਸਹੀ ਹੋਏਗਾ
ਤਾਂ ਉਹਨੇ ਕੀ ਕਰਨਾ ਗਾ, ਅੱਗੇ ਨੈਟਵਰਕ ਲੇਅਰ ਨੂੰ ਦੇ ਦੇਣਾ। ਅਤੇ ਨਾਲ ਦੀ ਨਾਲ ਕੀ ਕਰਨਾ, ਇਸ ਨੂੰ ਵਾਪਸ ਕੀ ਭੇਜਣਾ ਗਾ, ਇੱਕ ਇੱਧਰ ਇੱਕ ਆਪਣੀ ਐਕਨੋਲਜਮੈਂਟ ਭੇਜਣੀ ਹੈਗੀ, ਜਿਹੜੀ ਇਹ ਅੱਗੇ ਇਸ ਨੂੰ ਸੈਂਡ ਕਰੇਗਾ। ਹੁਣ ਜੇਕਰ ਇਹ ਪਰ ਫਰੇਮ ਆਪਣਾ ਰਿਸੀਵ ਨਹੀਂ ਹੋਇਆ ਸਹੀ, ਜਾਂ ਫਰੇਮ ਇੱਥੇ ਰਸਤੇ ਵਿੱਚ ਹੀ ਲੋਸਟ ਹੋ ਗਿਆ, ਤਾਂ ਫਿਰ ਇਸਨੇ ਕੀ ਕਰਨਾ, ਸੈਂਡਰ ਨੂੰ ਕੋਈ ਐਕਨੋਲਜਮੈਂਟ ਨਹੀਂ ਮਿਲਣੀ, ਐਕਨੋਲਜਮੈਂਟ ਨਹੀਂ ਮਿਲੇਗੀ। ਜਾਂ ਫਿਰ ਮੰਨ ਲਓ ਆਪਣਾ ਇੱਥੇ ਇੱਧਰੋਂ ਇਹਨੇ ਰਿਸੀਵ ਸਹੀ ਕਰ ਲਿਆ ਫਰੇਮ, ਪਰ ਫਿਰ ਉਸ ਤੋਂ ਬਾਅਦ ਕੀ ਹੁੰਦਾ, ਜਦੋਂ ਐਕਨੋਲਜਮੈਂਟ ਭੇਜਦਾ ਗਾ, ਜ਼ਰੂਰੀ ਤਾਂ ਨਹੀਂ ਕਿ ਆਪਣੀ ਜਿਹੜੀ ਇਕੱਲਾ ਫਰੇਮ ਨੇ ਇਕੱਲੇ ਫਰੇਮ ਹੀ ਲੋਸਟ ਹੋਣ। ਕਈ ਵਾਰ ਉਹ ਕੀ ਹੋ ਸਕਦਾ ਗਾ, ਜਿਹੜੀ ਆਪਣੀ ਐਕਨੋਲਜਮੈਂਟ ਆ ਉਹ ਵੀ ਤਾਂ ਲੋਸਟ ਹੋ ਸਕਦੀ ਹੈ। ਹੁਣ ਜਦੋਂ ਇਸਨੇ ਅੱਗੇ ਆਪਣਾ ਫਰੇਮ ਆਪਣੀ ਨੈਟਵਰਕ ਲੇਅਰ ਨੂੰ ਭੇਜਤਾ, ਉਸ ਤੋਂ ਬਾਅਦ ਐਕਨੋਲਜਮੈਂਟ ਇਸਨੇ ਆਪਣੀ ਜਿਹੜੀ ਸੀ ਫਿਜ਼ੀਕਲ ਲੇਅਰ ਉਸ ਨੂੰ ਭੇਜਤੀ, ਫਿਜ਼ੀਕਲ ਲੇਅਰ ਨੇ ਵਾਪਸ ਜਿਹੜੀ ਆਪਣੀ ਐਕਨੋਲਜਮੈਂਟ ਆ ਉਹ ਸੈਂਡਰ ਨੂੰ ਵਾਪਸ ਭੇਜਤੀ। ਰਸਤੇ ਦੇ ਵਿੱਚ ਜਿਹੜੀ ਆਪਣੀ ਐਕਨੋਲਜਮੈਂਟ ਆ ਉਹ ਕੀ ਹੁੰਦੀ ਆ, ਲੋਸਟ ਹੋ ਜਾਂਦੀ ਆ। ਇੱਧਰੋਂ ਕੀ ਹੋਏਗਾ, ਸੈਂਡਰ ਨੇ ਆਪਣਾ ਇੱਕ ਟਾਈਮਰ ਸਟਾਰਟ ਕੀਤਾ ਹੋਇਆ ਹੋਏਗਾ। ਜਦੋਂ ਇਹਦੇ ਕੋਲ ਇਸ ਤੋਂ ਪਹਿਲਾਂ ਦੇ ਜਿਹੜਾ ਪ੍ਰੀ ਡਿਫਾਈਨਡ ਟਾਈਮਰ ਹੋਏਗਾ, ਟਾਈਮਰ ਦੇ ਵਿੱਚ ਟਾਈਮ ਹੋਏਗਾ, ਟਾਈਮ ਲੱਗਿਆ ਹੋਏਗਾ, ਜਦੋਂ ਉਸ ਟਾਈਮ ਦੇ ਵਿੱਚ ਇਹਦੇ ਕੋਲ ਜਿਹੜੀ ਆਪਣੀ ਫਰੇਮ ਸੀਗਾ ਜਾਂ ਆਪਣੀ ਐਕਨੋਲਜਮੈਂਟ ਆ ਉਹ ਵਾਪਸ ਨਹੀਂ ਪਹੁੰਚੇਗੀ। ਇਸ ਨੂੰ ਲੱਗੇਗਾ ਕਿ ਜਿਹੜਾ ਫਰੇਮ ਸੀਗਾ ਉਹ ਜਾਂ ਤਾਂ ਰਸਤੇ ਵਿੱਚ ਲੋਸਟ ਹੋ ਚੁੱਕਿਆ, ਜਾਂ ਫਿਰ ਬੀ ਨੂੰ ਕੀ ਹੋ ਸਕਦਾ ਵੀ ਬੀ ਦੇ ਕੋਲ ਫਰੇਮ ਸੀ ਜਿਹੜਾ ਉਹ ਗਲਤ ਪਹੁੰਚ ਚੁੱਕਿਆ। ਇਸ ਕਰਕੇ ਇਸਨੇ ਕੀ ਕਰਨਾ, ਜਿਹੜਾ ਪਹਿਲਾਂ ਵਾਲਾ ਫਰੇਮ ਸੀ ਉਸ ਨੂੰ ਦੁਬਾਰਾ ਸੈਂਡ ਕਰ ਦੇਣਾ। ਪਹਿਲਾਂ ਵਾਲੇ ਫਰੇਮ ਨੂੰ ਦੁਬਾਰਾ ਸੈਂਡ ਕਰੂਗਾ, ਕਿਉਂਕਿ ਹੁਣ ਇੱਥੇ ਆਪਾਂ ਦੇਖ ਰਹੇ ਹਾਂ ਕਿ ਆਪਾਂ ਪਹਿਲਾਂ ਵਾਲੇ ਦੇ ਜਿਹੜਾ ਪ੍ਰੋਟੋਕੋਲ ਸੀ ਉਸ ਦੇ ਵਿੱਚ ਹੀ ਇੱਕ ਟਾਈਮਰ ਐਡ ਕੀਤਾ। ਹੁਣ ਇੱਥੇ ਇਸਨੇ ਕੀ ਕਰਨਾ ਗਾ, ਜਦੋਂ ਪਹਿਲਾਂ ਵਾਲੇ ਫਰੇਮ ਨੂੰ ਦੁਬਾਰਾ ਸੈਂਡ ਕਰਤਾ, ਬੀ ਵਾਲੇ ਜਿਹੜਾ ਆਪਣਾ ਰਿਸੀਵਰ ਹੈ ਉਸਨੇ ਉਸ ਤਰ੍ਹਾਂ ਰਿਸੀਵ ਕਰਕੇ ਜੇ ਦੇਖਣਾ ਵੀ ਫਰੇਮ ਸਹੀ ਹੈ ਜਾਂ ਨਹੀਂ। ਜੇਕਰ ਸਹੀ ਹੈ ਤਾਂ ਉਸ ਨੂੰ ਕੀ ਕਰੂਗਾ, ਅੱਗੇ ਆਪਣੀ ਨੈਟਵਰਕ ਲੇਅਰ ਦੇ ਕੋਲ ਪਹੁੰਚ ਜਾਏਗਾ। ਇੱਕ ਤਰੀਕੇ ਨਾਲ ਦੇਖਿਆ ਜਾਵੇ ਕਿ ਇਹ ਜਿਹੜਾ ਹੁਣ ਫਰੇਮ ਪਹੁੰਚੇਗਾ ਉਹ ਪਹਿਲਾਂ ਵਾਲੇ ਫਰੇਮ ਦੀ ਹੀ ਇੱਕ ਡੁਪਲੀਕੇਟ ਕਾਪੀ ਹੋਏਗਾ, ਕਿਉਂਕਿ ਸੈਂਡਰ ਦੇ ਕੋਲ ਐਕਨੋਲਜਮੈਂਟ ਨਹੀਂ ਪਹੁੰਚੀ ਸੀ। ਹੁਣ ਇਸ ਤਰੀਕੇ ਨਾਲ ਇਹ ਪਤਾ ਕਰਨ ਦੇ ਲਈ ਕਿ ਜਿਹੜੀ ਹੁਣ ਕਾਪੀ ਆਪਣੇ ਰਿਸੀਵਰ ਦੇ ਕੋਲ ਪਹੁੰਚ ਰਹੀ ਹੈਗੀ ਫਰੇਮ ਦੀ, ਉਹ ਪਹਿਲਾਂ ਵਾਲਾ ਫਰੇਮ ਦੀ ਹੀ ਇੱਕ ਕਾਪੀ ਹੈ ਜਾਂ ਇੱਕ ਨਵਾਂ ਫਰੇਮ ਹੈ, ਆਪਾਂ ਨੂੰ ਕੁਝ ਇਹਦੇ ਵਿੱਚ ਚੇਂਜ ਕਰਨੇ ਪੈਣਗੇ। ਪ੍ਰੋਟੋਕੋਲ ਦੇ ਵਿੱਚ ਆਪਾਂ ਨੂੰ ਹਰੇਕ ਫਰੇਮ ਦੇ ਨਾਲ ਜਦੋਂ ਵੀ ਆਪਾਂ ਇੱਕ ਫਰੇਮ ਸੈਂਡ ਕਰਨਾ, ਇੱਕ ਸੀਕੁਐਂਸ ਨੰਬਰ ਐਡ ਕਰਨਾ ਪਏਗਾ। ਸੀਕੁਐਂਸ ਨੰਬਰ ਇਸ ਪ੍ਰਕਾਰ ਦਾ ਹੋਣਾ ਚਾਹੀਦਾ ਕਿ ਜਿਹੜਾ ਆਪਾਂ ਹੁਣ ਫਰੇਮ ਸੈਂਡ ਕਰ ਰਹੇ ਹਾਂ ਅਤੇ ਇਸ ਤੋਂ ਜਿਹੜਾ ਅਗਲਾ ਫਰੇਮ ਸੈਂਡ ਕਰਾਂਗੇ, ਸੀਕੁਐਂਸ ਨੰਬਰ ਉਹਨਾਂ ਦੋਨਾਂ ਦੇ ਵਿਚਕਾਰ ਹੋਏਗਾ। ਅਤੇ ਹੁਣ ਜਦੋਂ ਵੀ ਫਰੇਮ ਆਪਾਂ ਸੈਂਡ ਕਰਾਂਗੇ ਉਹਦੇ ਲਈ ਆਪਾਂ ਕੀ ਕਰਾਂਗੇ, ਇੱਕ ਸੀਕੁਐਂਸ ਨੰਬਰ ਸੈਂਡਰ ਉਹਨੂੰ ਸੈੱਟ ਕਰੇਗਾ। ਉਹ ਜਿਹੜਾ ਸੀਕੁਐਂਸ ਨੰਬਰ ਸੈੱਟ ਕਰੇਗਾ ਸੈਂਡਰ, ਉਹੀ ਸੀਕੁਐਂਸ ਨੰਬਰ ਦੀ ਵੇਟ ਜਿਹੜਾ ਰਿਸੀਵਰ ਆ ਉਹ ਕਰ ਰਿਹਾ ਹੋਏਗਾ। ਮੰਨ ਲਓ ਜੇਕਰ ਸੈਂਡਰ ਨੇ ਸੀਕੁਐਂਸ ਨੰਬਰ ਸਟਾਰਟ ਕੀਤਾ 0 ਤੋਂ ਪਹਿਲੇ ਫਰੇਮ ਦਾ, ਤਾਂ ਜਿਹੜਾ ਰਿਸੀਵਰ ਵੀ 0 ਵਾਲੇ ਸੀਕੁਐਂਸ ਨੰਬਰ ਦੀ ਹੀ ਵੇਟ ਕਰ ਰਿਹਾ ਹੋਏਗਾ। ਅਗਲਾ ਫਰੇਮ ਜਦੋਂ ਇਹ 1 ਸੈਂਡ ਕਰੇਗਾ ਤਾਂ ਜਿਹੜਾ ਬੀ ਆ ਉਹ ਵੀ 1 ਦੀ ਹੀ ਵੇਟ ਕਰ ਰਿਹਾ ਹੋਏਗਾ। ਸੀਕੁਐਂਸ ਨੰਬਰ ਸਿਰਫ 2 ਹੋਣਗੇ, 0 1 0 1, ਇਸੇ ਫਾਰਮ ਦੇ ਵਿੱਚ ਅੱਗੇ ਦੇ ਅੱਗੇ ਇਹ ਚੱਲੀ ਜਾਣਗੇ। ਇਸੇ ਕਰਕੇ ਹੁਣ ਜਿਹੜਾ ਇਹ ਪ੍ਰੋਟੋਕੋਲ ਆ, ਇਸ ਨੂੰ ਜਿਹਦੇ ਵਿੱਚ ਜਿਹੜਾ ਸੈਂਡਰ ਆ ਉਹ ਇੱਕ ਪੋਜ਼ੀਟਿਵ ਐਕਨੋਲਜਮੈਂਟ ਦੀ ਵੇਟ ਕਰ ਰਿਹਾ ਹੁੰਦਾ ਗਾ। ਇਸ ਤੋਂ ਪਹਿਲਾਂ ਕਿ ਉਹ ਅਗਲੇ ਫਰੇਮ ਨੂੰ ਸੈਂਡ ਕਰ ਸਕੇ, ਇੱਕ ਪੋਜ਼ੀਟਿਵ ਐਕਨੋਲਜਮੈਂਟ ਦੀ ਵੇਟ ਕਰ ਰਿਹਾ ਹੁੰਦਾ। ਇਸੇ ਕਰਕੇ ਇਸ ਜਿਹੜਾ ਐਲਗੋਰਿਥਮ ਇਸ ਨੂੰ PAR ਯਾਨੀ ਕਿ ਪੋਜ਼ੀਟਿਵ ਐਕਨੋਲਜਮੈਂਟ ਵਿਦ ਰੀਟਰਾਂਸਮਿਸ਼ਨ ਜਾਂ ARQ ਆਟੋਮੈਟਿਕ ਰਿਪੀਟ ਰਿਕੁਐਸਟ ਐਲਗੋਰਿਥਮ ਕਿਹਾ ਜਾਂਦਾ ਹੈ। ਹੁਣ ਆਪਾਂ ਗੱਲ ਕਰਦੇ ਹਾਂ ਆਪਣੇ ਪ੍ਰੋਟੋਕੋਲ ਦੀ। ਇਸ ਦੇ ਵਿੱਚ ਕੀ ਮੈਥਡ ਵਰਤਿਆ ਜਾ ਰਿਹਾ ਹੈ। ਸੈਂਡਰ ਹੈ ਜਿਹੜਾ, ਸੈਂਡਰ ਦੇ ਵਿੱਚ ਆਪਣੇ ਕੋਲ ਸਭ ਤੋਂ ਪਹਿਲਾਂ ਇੱਕ ਸੀਕੁਐਂਸ ਨੰਬਰ ਹੈ ਨੈਕਸਟ ਫਰੇਮ ਟੂ ਸੈਂਡ। ਉਸ ਤੋਂ ਬਾਅਦ ਪਹਿਲਾਂ ਦੀ ਤਰ੍ਹਾਂ ਹੀ ਫਰੇਮ ਟਾਈਪ ਦਾ ਆਪਣੇ ਕੋਲ ਇੱਕ ਵੇਰੀਏਬਲ ਐਸ ਲਿਆ ਹੈ, ਇੱਕ ਪੈਕਟ ਟਾਈਪ ਦਾ ਵੇਰੀਏਬਲ ਬਫਰ ਲਿਆ ਹੈ, ਇਵੈਂਟ ਟਾਈਪ ਦਾ ਇੱਕ ਵੇਰੀਏਬਲ ਕੀ ਲਿਆ ਹੈ, ਇਵੈਂਟ ਲਿਆ ਹੋਇਆ ਹੈ। ਇੱਥੇ ਆਪਣੇ ਕੋਲ ਸਿਰਫ 3 ਇਵੈਂਟ ਹੋਣਗੇ। ਪਹਿਲਾ ਇਵੈਂਟ ਕੀ ਹੋਏਗਾ, ਫਰੇਮ ਅਰਾਈਵਲ ਦਾ, ਕਿ ਫਰੇਮ ਪਹੁੰਚ ਚੁੱਕਿਆ ਹੈ। ਉਸ ਤੋਂ ਬਾਅਦ ਇੱਕ ਹੋਏਗਾ ਚੈੱਕ ਸਮ ਐਰਰ ਦਾ, ਇਹ ਆਪਾਂ ਸੈਂਡਰ ਵਾਲੇ ਪਾਸੇ ਦੀ ਗੱਲ ਕਰ ਰਹੇ ਹਾਂ। ਸੈਂਡਰ ਨੂੰ ਜਦੋਂ ਵੀ ਮਤਲਬ ਇੱਥੇ ਕਿਹੜੇ ਇਵੈਂਟ ਕਰੋ ਸਾਰੇ, ਜ਼ਿਆਦਾ ਫਰੇਮ ਇੱਥੇ ਅਰਾਈਵ ਹੋਏਗਾ, ਜਾਂ ਇੱਥੇ ਕੋਈ ਚੈੱਕ ਸਮ ਐਰਰ ਆਏਗੀ, ਜਾਂ ਫਿਰ ਤੀਸਰਾ ਕੀ ਹੋਏਗਾ, ਟਾਈਮ ਆਊਟ ਦਾ ਇਵੈਂਟ ਇੱਥੇ ਅਕਰ ਹੋ ਸਕਦਾ। ਉਸ ਤੋਂ ਬਾਅਦ ਆਪਾਂ ਕੀ ਕਰਾਂਗੇ, ਨੈਕਸਟ ਫਰੇਮ ਟੂ ਸੈਂਡ ਉਸ ਦੀ ਵੈਲਿਊ ਕੀ ਸੈੱਟ ਕਰ ਦਾਂਗੇ 0, ਵੀ ਜਿਹੜਾ ਆਪਾਂ ਹੁਣ ਅਗਲਾ ਫਰੇਮ ਨੂੰ ਸੈਂਡ ਕਰਨਾ ਉਹਦੀ ਸਟਾਰਟਿੰਗ ਵੈਲਿਊ ਉਹਦੀ ਸੀਕੁਐਂਸ ਨੰਬਰ ਕੀ ਆ 0 ਹੈ। ਉਸ ਤੋਂ ਬਾਅਦ ਫਰੇਮ ਨੈਟਵਰਕ ਲੇਅਰ ਐਂਡ ਬਫਰ, ਪਹਿਲਾਂ ਵਾਲੀ ਇਹ ਕੋਡਿੰਗ ਲਾਈਨ ਆ ਜਿਹੜੀ ਆਪਾਂ ਪਹਿਲਾਂ ਵਾਲੇ ਐਲਗੋਰਿਥਮ 'ਚ ਵਰਤ ਰਹੇ ਹਾਂ। ਇਹਦੇ ਵਿੱਚ ਕੀ ਕਰ ਰਹੇ ਹਾਂ ਆਪਾਂ, ਨੈਟਵਰਕ ਲੇਅਰ ਤੋਂ ਇੱਕ ਜਿਹੜਾ ਫਰੇਮ ਹੋਊਗਾ, ਜੋ ਪੈਕਟ ਹੋਏਗਾ, ਉਹਨੂੰ ਖਿੱਚ ਕੇ ਆਪਾਂ ਬਫਰ ਦੇ ਵਿੱਚ, ਬਫਰ ਕੀ ਹੈ ਆਪਣਾ ਇੱਕ ਪੈਕਟ ਆ, ਬਫਰ ਵਿੱਚ ਸਟੋਰ ਕਰਾਂਗੇ।
ਵਾਈਲ ਟਰੂ ਆਪਣਾ ਵਾਈਲ ਦਾ ਇਨਫਿਨਿਟੀ ਵਾਲਾ ਲੂਪ ਇੱਥੇ ਸਟਾਰਟ ਹੋ ਚੁੱਕਿਆ। ਐਸ ਜਿਹੜਾ ਆਪਣਾ ਇੱਕ ਫਰੇਮ ਆ ਉਹਦੇ ਇਨਫੋ ਪਾਰਟ ਦੇ ਵਿੱਚ ਆਪਾਂ ਬਫਰ ਦੀ ਵਾਲੀ ਵੈਲਿਊ ਪੁੱਟ ਕਰ ਦੇਵਾਂਗੇ ਜਾਂ ਸੇਵ ਕਰ ਦੇਵਾਂਗੇ। ਐਸ ਡਾਟ ਸੀਕੁਐਂਸ ਨੰਬਰ ਇਕੁਅਲ ਟੂ ਨੈਕਸਟ ਫਰੇਮ ਟੂ ਸੈਂਡ। ਹੁਣ ਜਿਹੜਾ ਆਪਣਾ ਨਵਾਂ ਫਰੇਮ ਆਪਾਂ ਪੈਕਟ ਕ੍ਰੀਏਟ ਕੀਤਾ ਗਾ ਰਿਸੀਵਰ ਨੂੰ ਸੈਂਡ ਕਰਨ ਦੇ ਲਈ, ਉਹਦੇ ਵਿੱਚ ਆਪਾਂ ਕੀ ਕੀਤਾ, ਉਹਦਾ ਸੀਕੁਐਂਸ ਨੰਬਰ ਕੀ ਸੀਗਾ ਜਿਹੜਾ ਆਪਾਂ ਹੁਣ ਜਨਰੇਟ ਕੀਤਾ 0 ਸੈੱਟ ਕਰ ਲਵਾਂਗੇ ਟੂ ਫਿਜ਼ੀਕਲ ਲੇਅਰ ਐਂਡ ਐਸ। ਹੁਣ ਜਿਹੜੀ ਇਸ ਤੋਂ ਬਾਅਦ ਕਿ ਜਿਹੜਾ ਆਪਣਾ ਨਵਾਂ ਪੈਕਟ ਆਪਾਂ ਕ੍ਰੀਏਟ ਕੀਤਾ ਗਾ, ਨਵਾਂ ਫਰੇਮ ਕ੍ਰੀਏਟ ਕੀਤਾ ਗਾ, ਉਹਨੂੰ ਆਪਾਂ ਫਿਜ਼ੀਕਲ ਲੇਅਰ ਨੂੰ ਭੇਜ ਦੇਵਾਂਗੇ। ਉਸ ਤੋਂ ਬਾਅਦ ਇੱਕ ਟਾਈਮਰ ਸਟਾਰਟ ਹੋ ਜਾਏਗਾ ਐਸ ਡਾਟ ਸੀਕੁਐਂਸ। ਇਸ ਟਾਈਮਰ ਦੇ ਵਿੱਚ 3 ਚੀਜ਼ਾਂ ਦਾ ਟਾਈਮ ਐਡ ਹੋਏਗਾ। ਸਭ ਤੋਂ ਪਹਿਲਾਂ ਕੀ ਹੋਏਗਾ, A ਤੋਂ B ਤੱਕ ਪਹੁੰਚਣ ਦਾ ਕਿੰਨਾ ਟਾਈਮ ਆ। ਦੂਸਰਾ ਉਸ ਤੋਂ ਬਾਅਦ ਕੀ ਹੋਏਗਾ, ਜਿਹੜੀ ਆਪਣੀ ਮੰਨ ਲਓ ਆਪਣਾ ਜਿਹੜਾ ਵੀ ਉੱਥੋਂ ਫਿਜ਼ੀਕਲ ਲੇਅਰ ਤੋਂ ਨੈਟਵਰਕ ਲੇਅਰ ਤੱਕ ਜਾਂ ਡਾਟਾ ਲਿੰਕ ਲੇਅਰ ਤੱਕ ਪਹੁੰਚਣ ਦਾ ਟਾਈਮ ਹੈਗਾ। ਫਿਜ਼ੀਕਲ ਤੋਂ ਨੈਟਵਰਕ ਡਾਟਾ ਲਿੰਕ ਲੇਅਰ ਜਾਂ ਨੈਟਵਰਕ ਤੱਕ ਪਹੁੰਚਣ ਦਾ ਟਾਈਮ ਉਹ ਹੋਏਗਾ। ਅਤੇ ਉਸ ਤੋਂ ਬਾਅਦ ਇਹਦੇ ਵਿੱਚ ਇੱਕ ਹੋਰ ਚੀਜ਼ ਹੋਏਗੀ, ਜਿਹੜਾ ਇਸ ਫਰੇਮ ਨੂੰ ਪ੍ਰੋਸੈਸ ਕਰਨਾ ਟਾਈਮ ਆ। ਇਹ ਸਾਰਾ ਕੁਛ ਕਿਹਦੇ ਵਿੱਚ ਆ ਜਾਏਗਾ, ਪ੍ਰੋਸੈਸਿੰਗ ਫਰੇਮ 'ਚ। ਅਤੇ ਤੀਸਰੀ ਗੱਲ ਜਿਹੜੀ ਆਪਣੀ ਐਕਨੋਲਜਮੈਂਟ ਆ ਉਹਨੂੰ B ਤੋਂ A ਦੇ ਵਿੱਚ ਪਹੁੰਚਣ ਲਈ ਕਿੰਨਾ ਟਾਈਮ ਲੱਗੇਗਾ ਉਹ। ਇਹ ਤਿੰਨੋਂ ਟਾਈਮ ਮਿਲਾ ਕੇ ਆਪਣਾ ਕੀ ਹੋਊਗਾ, ਸੈਂਡਰ ਦੇ ਜਿਹੜਾ ਟਾਈਮਰ ਆ ਉਹਦੇ ਵਿੱਚ ਸੈੱਟ ਕੀਤੇ ਹੋਣਗੇ। ਸਟਾਰਟ ਟਾਈਮ ਐਸ ਡਾਟ ਸੀਕੁਐਂਸ। ਉਸ ਤੋਂ ਬਾਅਦ ਫਿਰ ਕੀ ਹੋਏਗਾ, ਵੇਟ ਫॉर ਇਵੈਂਟ। ਜਦੋਂ ਇੱਧਰੋਂ ਇਸਨੇ ਫਿਜ਼ੀਕਲ ਲੇਅਰ ਨੂੰ ਸੈਂਡ ਕਰਤਾ, ਫਿਰ ਫਿਜ਼ੀਕਲ ਲੇਅਰ ਆਪਣਾ ਅੱਗੇ ਦਾ ਕੰਮ ਕਰ ਦੇਵੇਗੀ ਸਟਾਰਟ। ਇੱਧਰੋਂ ਇਹਨੇ ਟਾਈਮ ਕੀ ਕੀਤਾ, ਸਟਾਰਟ ਕਰਤਾ। ਫਿਰ ਇਹ ਹੁਣ ਜਿਹੜਾ ਸੈਂਡਰ ਆ ਇੱਕ ਇਵੈਂਟ ਦੀ ਵੇਟ ਕਰ ਰਿਹਾ ਹੋਵੇਗਾ ਕਿ ਕੋਈ ਇਵੈਂਟ ਵਾਪਰੇਗਾ। ਇਵੈਂਟ ਹੁਣ ਕਿਹੜਾ ਹੋ ਸਕਦਾ ਸੀਗਾ, 3 ਇਵੈਂਟ ਦੱਸੇ ਜਾਂ ਤਾਂ ਇਹਦੇ ਕੋਲ ਇੱਕ ਫਰੇਮ ਆਏਗਾ ਡਮੀ ਜਿਸ ਨੂੰ ਆਪਾਂ ਐਕਨੋਲਜਮੈਂਟ ਕਹਿੰਦੇ ਹੈਗੇ, ਜਾਂ ਫਿਰ ਇੱਕ ਚੈਕਸਮ ਐਰਰ ਵਾਲਾ ਆਏਗਾ ਫਰੇਮ ਆਏਗਾ ਜਿਹਦੇ ਵਿੱਚ ਕੀ ਹੋਗੀ, ਚੈਕਸਮ ਐਰਰ ਹੋਗੀ, ਜਾਂ ਫਿਰ ਇੱਕ ਟਾਈਮ ਆਊਟ ਹੋਏਗਾ। ਟਾਈਮ ਆਊਟ ਕਿਸ ਨੇ ਜਨਰੇਟ ਕਰਨਾ ਗਾ, ਟਾਈਮਰ ਨੇ ਜਨਰੇਟ ਕਰਨਾ ਗਾ। ਹੁਣ ਉਸ ਤੋਂ ਬਾਅਦ ਇੱਥੇ ਵੇਟ ਵਾਲਾ ਚੱਲ ਰਹੀ ਹੈ ਕੰਡੀਸ਼ਨ। ਉਸ ਤੋਂ ਬਾਅਦ ਕੀ ਹੋਊਗਾ, ਜਦੋਂ ਕੋਈ ਇਵੈਂਟ ਓਕਰ ਹੋਏਗਾ ਉਸ ਤੋਂ ਬਾਅਦ ਆਪਾਂ ਇਫ ਕੰਡੀਸ਼ਨ 'ਤੇ ਪਹੁੰਚਾਂਗੇ। ਇਫ ਇਵੈਂਟ ਇਕੁਅਲ ਟੂ ਫਰੇਮ ਅਰਾਈਵਲ। ਜੇਕਰ ਇੱਕ ਨਵਾਂ ਇਵੈਂਟ ਵਾਪਰਦਾ ਹੈ ਜਿਹੜਾ ਕੀ ਹੈ, ਫਰੇਮ ਅਰਾਈਵਲ। ਜੇਕਰ ਫਰੇਮ ਅਰਾਈਵਲ ਦਾ ਇਵੈਂਟ ਵਾਪਰਦਾ ਹੈ ਫਿਰ ਆਪਾਂ ਕੀ ਕਰਾਂਗੇ, ਫਰੋਮ ਫਿਜ਼ੀਕਲ ਲੇਅਰ ਐਂਡ ਐਸ। ਆਪਾਂ ਫਿਜ਼ੀਕਲ ਲੇਅਰ ਦੇ ਵਿੱਚੋਂ ਜਿਹੜਾ ਫਰੇਮ ਹੈਗਾ ਉਸ ਨੂੰ ਵਾਪਸ ਲੈ ਲਾਂਗੇ। ਇਫ ਐਸ ਡਾਟ ਐਕਨੋਲਜਮੈਂਟ, ਕਿਉਂਕਿ ਹੁਣ ਦੇਖਿਆ ਜਾਵੇ ਆਪਣਾ ਰਿਸੀਵਰ ਨੇ ਜਦੋਂ ਸੈਂਡ ਕਰਨਾ ਫਰੇਮ, ਉਹ ਇਸ ਨੂੰ ਕਿੱਥੋਂ ਲੈਣਾ ਪਊਗਾ, ਆਪਣੇ ਸੈਂਡਰ ਨੂੰ ਫਿਜ਼ੀਕਲ ਲੇਅਰ ਤੋਂ ਡਾਟਾ ਲਿੰਕ ਲੇਅਰ ਨੂੰ ਲੈਣਾ ਪਏਗਾ। ਇਫ ਐਸ ਡਾਟ ਐਕਨੋਲਜਮੈਂਟ, ਹੁਣ ਜਿਹੜਾ ਫਰੇਮ ਇਸਨੇ ਫਿਜ਼ੀਕਲ ਲੇਅਰ ਤੋਂ ਵਾਪਸ ਲਏਗਾ, ਮਤਲਬ ਕਿਹੜਾ ਫਰੇਮ ਹੋਊਗਾ ਇਹ, ਜਿਹੜਾ B ਨੇ ਡਮੀ ਭੇਜਿਆ ਹੋਊਗਾ। ਇਫ ਐਸ ਡਾਟ ਐਕਨੋਲਜਮੈਂਟ ਇਕੁਅਲ ਟੂ ਨੈਕਸਟ ਫਰੇਮ ਟੂ ਸੈਂਡ। ਜੇਕਰ ਜਿਹੜੀ ਹੁਣ ਐਸ ਦੇ ਵਿੱਚ ਐਕਨੋਲਜਮੈਂਟ ਆ ਰਹੀ ਹੈਗੀ, ਉਹ ਕੀ ਹੈਗੀ, ਪਹਿਲਾ ਵਾਲਾ ਜਿਹੜਾ ਇਹਨੇ ਫਰੇਮ ਸੈਂਡ ਕੀਤਾ ਸੀਗਾ ਉਸ ਦੀ ਐਕਨੋਲਜਮੈਂਟ ਦੇ ਬਰਾਬਰ ਆ, ਦੋਨਾਂ ਦੀ ਵੈਲਿਊ ਸੇਮ ਹੁੰਦੀ ਆ। ਇਹਦਾ ਮਤਲਬ ਕੀ ਹੈਗਾ, ਫਿਰ ਕੀ ਕਰੂਗਾ ਇਸਨੇ ਵੀ ਜਿਹੜਾ ਇਹਦਾ ਮਤਲਬ ਹੋਏਗਾ ਜਿਹੜਾ ਰਿਸੀਵਰ ਨੇ ਫਰੇਮ ਸਹੀ ਆਪਣਾ ਰਿਸੀਵ ਕਰ ਲਿਆ। ਅਤੇ ਉਸ ਤੋਂ ਬਾਅਦ ਕੀ ਕਰੂਗਾ, ਜਿਹੜਾ ਆਪਣਾ ਸੈਂਡਰ ਆ ਉਹ ਜਿਹੜਾ ਟਾਈਮਰ ਸੀ ਟਾਈਮਰ ਨੂੰ ਸਟਾਪ ਕਰ ਦੇਵੇਗਾ। ਉਸ ਤੋਂ ਬਾਅਦ ਫਰੋਮ ਨੈਟਵਰਕ ਲੇਅਰ ਐਂਡ ਬਫਰ। ਨੈਟਵਰਕ ਲੇਅਰ ਤੋਂ ਕੀ ਕਰੇਗਾ, ਇਹ ਬਫਰ ਦੇ ਵਿੱਚ ਜਿਹੜੀ ਪਹਿਲਾਂ ਦੀ ਤਰ੍ਹਾਂ ਸੀ ਇੱਕ ਪੈਕਟ ਨੂੰ ਕੀ ਕਰੇਗਾ, ਸੇਵ ਕਰੇਗਾ। ਅਤੇ ਇੰਕਰੀਮੈਂਟ ਨੈਕਸਟ ਫਰੇਮ ਟੂ ਸੈਂਡ, ਜਿਹੜਾ ਆਪਣੀ ਨੈਕਸਟ ਫਰੇਮ ਟੂ ਸੈਂਡ ਵਾਲੀ ਆਪਣੀ ਵੈਲਿਊ ਸੀਗੀ ਉਸ ਨੂੰ ਕੀ ਕਰ ਦੇਗਾ, ਇੰਕਰੀਮੈਂਟ ਕਰ ਦੇਵੇਗਾ ਅਤੇ ਦੁਬਾਰਾ ਫਿਰ ਇੱਥੋਂ ਲੂਪ ਦੇ ਵਿੱਚ ਚਲਾ ਜਾਏਗਾ। ਹੁਣ ਰਿਸੀਵਰ ਵਾਲੀ ਸਾਈਡ ਦੇ ਉੱਪਰ ਕੀ ਹੋਏਗਾ, ਰਿਸੀਵਰ ਵਾਲੀ ਸਾਈਡ ਦੇ ਉੱਪਰ ਸਭ ਤੋਂ ਪਹਿਲਾਂ ਇੱਕ ਸੀਕੁਐਂਸ ਨੰਬਰ ਆ ਫਰੇਮ ਐਕਸਪੈਕਟਡ। ਜੋ ਵੀ ਫਰੇਮ ਆਪਣਾ ਰਿਸੀਵਰ ਐਕਸਪੈਕਟ ਕਰ ਰਿਹਾ ਉਹਦੇ ਲਈ ਆਪਾਂ ਇੱਕ ਸੀਕੁਐਂਸ ਨੰਬਰ ਲਈ ਵੇਰੀਏਬਲ ਲਿਆ। ਆਪਾਂ 2 ਵੇਰੀਏਬਲ ਲਏ ਹੈਗੇ ਜਿਹੜੇ ਕੀ ਨੇਗੇ, ਫਰੇਮ ਟਾਈਪ ਦੇ ਆਰ ਅਤੇ ਐਸ। ਇਵੈਂਟ ਟਾਈਪ ਦਾ ਇੱਕ ਵੇਰੀਏਬਲ ਹੈਗਾ ਇਵੈਂਟ। ਫਰੇਮ ਐਕਸਪੈਕਟਡ ਦੀ ਜਿਹੜਾ ਹੁਣ ਪਹਿਲਾਂ ਜਦੋਂ ਬਿਲਕੁਲ ਸਟਾਰਟ ਹੋਏਗਾ ਕਮਿਊਨੀਕੇਸ਼ਨ, ਸੈਂਡਰ ਵੀ ਜਿਹੜਾ ਫਰੇਮ ਹੋਵੇਗਾ ਨੈਕਸਟ ਫਰੇਮ ਟੂ ਸੈਂਡ ਉਹਦੀ ਵੈਲਿਊ 0 ਸੈੱਟ ਕਰੇਗਾ ਅਤੇ ਰਿਸੀਵਰ ਫਰੇਮ ਐਕਸਪੈਕਟਡ ਦੀ ਵੈਲਿਊ 0 ਸੈੱਟ ਕਰੇਗਾ। ਵਾਈਲ ਲੂਪ ਲੱਗ ਜਾਂਦਾ ਇਨਫਿਨਿਟੀ ਲੂਪ ਵਾਲਾ। ਉਸ ਤੋਂ ਬਾਅਦ ਵੇਟ ਫॉर ਇਵੈਂਟ ਐਂਡ ਇਵੈਂਟ, ਇੱਕ ਇਵੈਂਟ ਦੀ ਇਹ ਵੇਟ ਕਰੇਗਾ। ਉਸ ਤੋਂ ਬਾਅਦ ਇਫ ਇਵੈਂਟ ਇਕੁਅਲ ਟੂ ਫਰੇਮ ਅਰਾਈਵਲ, ਜੇਕਰ ਹੁਣ ਇਹਦੇ ਕੋਲ ਫਰੇਮ ਅਰਾਈਵ ਹੁੰਦਾ ਗਾ ਤਾਂ ਇਹ ਇਸ ਨੂੰ ਪਤਾ ਲੱਗ ਜਾਏਗਾ ਕਿ ਜਿਹੜਾ ਇਵੈਂਟ ਆ ਫਰੇਮ ਅਰਾਈਵਲ ਟਾਈਪ ਦਾ ਉਹ ਅਕਰ ਹੋ ਗਿਆ। ਫਿਰ ਕੀ ਕਰੂਗਾ, ਫਰੇਮ ਫਰੋਮ ਫਿਜ਼ੀਕਲ ਲੇਅਰ ਐਂਡ ਆਰ, ਜਿਹੜਾ ਫਿਜ਼ੀਕਲ ਲੇਅਰ ਦੇ ਵਿੱਚੋਂ ਫਰੇਮ ਆਏਗਾ ਉਸਨੂੰ ਆਰ ਦੇ ਵਿੱਚ, ਆਰ ਵੇਰੀਏਬਲ ਫਰੇਮ ਟਾਈਪ ਦਾ ਉਹਦੇ ਵਿੱਚ ਕਾਪੀ ਕਰ ਲੇਗਾ। ਇਫ ਆਰ ਡੋਟ ਸੀਕੁਐਂਸ ਨੰਬਰ ਇਕੁਅਲ ਟੂ ਫਰੇਮ ਐਕਸਪੈਕਟਡ, ਜੇਕਰ ਆਰ ਜਿਹੜਾ ਫਰੇਮ ਆਇਆ ਇਹਦੇ ਕੋਲ ਉਹਦਾ ਸੀਕੁਐਂਸ ਨੰਬਰ ਫਰੇਮ ਐਕਸਪੈਕਟਡ ਦੇ ਬਰਾਬਰ ਹੁੰਦਾ ਹੈ, ਵੀ ਮਤਲਬ ਇਹ ਉਹੀ ਫਰੇਮ ਆ ਜਿਹੜਾ ਇਹ ਐਕਸਪੈਕਟ ਕਰ ਰਿਹਾ ਸੀ। ਫਿਰ ਇਹ ਕੀ ਕਰੇਗਾ, ਟੂ ਨੈਟਵਰਕ ਲੇਅਰ ਐਂਡ ਆਰ ਡੋਟ ਇਨਫੋ, ਜਿਹੜਾ ਨੈਟਵਰਕ ਲੇਅਰ ਦੇ ਵਿੱਚ ਹੈਗਾ ਡਾਟਾ ਲਿੰਕ ਲੇਅਰ ਦੇ ਵਿੱਚ ਜਦੋਂ ਫਰੇਮ ਪਹੁੰਚੇਗਾ ਉਹਨੂੰ ਇਹ ਨੈਟਵਰਕ ਲੇਅਰ ਦੇ ਵਿੱਚ ਭੇਜ ਦੇਵੇਗਾ। ਮਤਲਬ ਜੇਕਰ ਉਹੀ ਫਰੇਮ ਆਉਂਦਾ ਜਿਹੜਾ ਰਿਸੀਵਰ ਐਕਸਪੈਕਟ ਕਰ ਰਹੀ। ਅਤੇ ਫਿਰ ਇੰਕਰੀਮੈਂਟ ਫਰੇਮ ਐਕਸਪੈਕਟਡ, ਜਿਹੜਾ ਵੀ ਫਰੇਮ ਹੁੰਦਾ ਮਤਲਬ ਇਸ ਦੀ ਪਹਿਲਾਂ ਵਾਲੀ ਵੈਲਿਊ ਫਰੇਮ ਦੀ ਉਸਨੂੰ ਕੀ ਕਰੇਗਾ, ਇੰਕਰੀਮੈਂਟ ਕਰ ਲੇਗਾ।
ਉਸ ਤੋਂ ਬਾਅਦ ਇਸਨੇ ਕੀ ਕਰਨਾਗਾ, ਜਿਹੜੀ ਐਕਨੋਲਜਮੈਂਟ ਉਹ ਭੇਜਣੀ ਹੈਗੀ ਸੈਂਟਰ ਨੂੰ, ਉਹਦੇ ਲਈ ਕੀ ਕਰੂ, s.acknowledgement ਇਕੁਅਲ ਟੂ 1 ਮੰਥਸ ਫਰੇਮ ਐਕਸਪੈਕਟਡ। ਜਿਹੜੀ ਵੀ ਹੁਣ ਐਕਨੋਲਜਮੈਂਟ ਸੈੱਟ ਕਰੂਗਾ ਉਹ ਇਸ ਦੇ ਦੁਆਰਾ ਆਪਣੀ ਕੀ ਹੋ ਜਾਏਗੀ, ਸੈੱਟ ਹੋ ਜਾਏਗੀ। ਪਹਿਲਾਂ ਆਪਣੀ ਵੈਲਿਊ ਸੀਗੀ 0 ਸੀਗੀ ਇੱਥੇ ਫਰੇਮ ਐਕਸਪੈਕਟਡ ਦੀ, ਹੁਣ ਐਕਨੋਲਜਮੈਂਟ ਦੀ ਵੈਲਿਊ ਕਿਉਂ 1 ਮਾਈਨਸ ਫਰੇਮ ਐਕਸਪੈਕਟਡ 1 ਮਾਈਨਸ 0 ਇਕੁਅਲ ਟੂ 1 ਹੋ ਜਾਏਗੀ। ਅਤੇ ਫਿਰ ਟੂ ਫਿਜ਼ੀਕਲ ਲੇਅਰ ਐਂਡ ਐਸ। ਇੱਥੇ ਇਸਨੇ ਕੀ ਕੀਤਾ, ਜਿਹੜੀ ਹੁਣ ਐਕਨੋਲਜਮੈਂਟ ਵਾਲਾ ਡਮੀ ਫਰੇਮ ਸੀਗਾ ਉਹਨੂੰ ਇਸਨੇ ਕੀ ਕੀਤਾ, ਫਿਜ਼ੀਕਲ ਲੇਅਰ ਨੂੰ ਭੇਜ ਦਿੱਤਾ। ਫਿਜ਼ੀਕਲ ਲੇਅਰ ਅੱਗੇ ਕੀ ਕਰੇਗੀ, ਰਿਸੀਵਰ ਨੂੰ ਭੇਜ ਦੇਗੀ, ਫਿਰ ਸੈਂਟਰ ਨੂੰ ਭੇਜ ਦੇਗੀ, ਅਤੇ ਸੈਂਟਰ ਨੇ ਦੁਬਾਰਾ ਫਿਰ ਉਹ ਕੀ ਕਰਨਾ ਗਾ, ਚੈੱਕ ਕਰਨਾ ਗਾ ਕਿ ਜਿਹੜੀ ਐਕਨੋਲਜਮੈਂਟ ਹੈ ਜਾਂ ਕਿਹੜੀ ਟਾਈਪ ਦੀ ਆ, ਐਰਰ ਵਾਲੀ ਆ ਜਾਂ ਫਿਰ ਉਸਦਾ ਟਾਈਮ ਖਤਮ ਹੋ ਚੁੱਕਿਆ ਹੈਗਾ ਜਾਂ ਫਿਰ ਟਾਈਮ ਆਊਟ ਵਾਲਾ ਜਾਂ ਫਿਰ ਸਿਰਫ ਫਰੇਮ ਅਰਾਈਵਲ ਦੀ ਆ।